ਸ਼ਸਤਰਾਂ ਦੀ ਟ੍ਰੇਨਿੰਗ ਦੇ ਰਹੇ ਆ। ਅਸੀਂ ਲੁਕ ਛਿਪ ਕੇ ਨਹੀਂ ਦੇਾਂਗੇ, ਅਸੀਂ ਸ਼ਰੇਆਮ ਦੇਾਂਗੇ ਖੁੱਲੇ। ਤੇ ਜੇ ਅਸੀਂ ਰਾਜ ਕਰਨਾ, ਰਾਜ ਲੈਣਾ ਤੇ ਸਾਨੂੰ ਖਾਲਸਾ ਬਣਨਾ ਪਏਗਾ। ਈਸਾਈਅਤ ਦਾ ਪ੍ਰਚਾਰ ਜਿਹੜਾ ਹੈ ਬੜੇ ਜ਼ੋਰ ਸ਼ੋਰ ਦੇ ਨਾਲ ਚਲਾਇਆ ਜਾ ਰਿਹਾ ਹੈ। ਸਿੱਖਾਂ ਨੂੰ ਨੱਪਣ ਦੀ, ਸਿੱਖਾਂ ਨੂੰ ਕੁੱਟਣ ਦੀ ਪਾਲਿਸੀ ਜਿਹੜੀ ਹੈ ਉਸੇ ਵੇਲੇ ਤਿਆਰ ਹੋ ਗਈ ਸੀ ਔਰ ਤਿਆਰ ਕੀਤੀ ਸੀ ਜਵਾਹਰ ਲਾਲ ਨਹਿਰੂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖਤ ਦੇ ਜਥੇਦਾਰ ਅੱਜ ਕੱਲ੍ਹ ਬੇਤੁਕੀਆਂ ਔਰ ਬੇਮਤਲਬ ਦੀਆਂ ਗੱਲਾਂ ਕਰਨ ਲੱਗ ਪਏ ਆ, ਕਿਉਂਕਿ ਇਹ ਜਿਹੜੀ ਗੱਲਾਂ ਹੈਗੀਆਂ ਇਹਨਾਂ ਦੀ ਆਪਣੀਆਂ ਗੱਲਾਂ ਨਹੀਂ ਆ, ਬਲਕਿ ਇਹਨਾਂ ਨੂੰ ਕੋਈ ਸਕ੍ਰਿਪਟ ਲਿਖ ਕੇ ਦਿੰਦਾ ਹੈਗਾ ਔਰ ਇਹ ਆ ਕੇ ਪੜ੍ਹ ਦਿੰਦੇ ਆ ਔਰ ਉਹਨੂੰ ਜਾਂ ਫਿਰ ਉਹਨੂੰ ਚੰਗੀ ਤਰ੍ਹਾਂ ਯਾਦ ਕਰ ਲੈਂਦੇ ਆ। ਦੇਖੋ, ਇਹਨਾਂ ਨੇ ਸਭ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਝਟਕਾ ਮੀਟ ਖਾ ਸਕਦੇ ਹੋ ਔਰ ਸਿੱਖਾਂ ਨੂੰ ਝਟਕਾ ਮੀਟ ਖਾਣਾ ਚਾਹੀਦਾ। ਫਿਰ ਕਹਿੰਦੇ ਜੀ ਨਸਲਾਂ ਔਰ ਫਸਲਾਂ ਸਾਡੀਆਂ ਖਰਾਬ ਹੋ ਗਈਆਂ। ਫਿਰ ਕਹਿੰਦੇ ਸਾਨੂੰ ਆਧੁਨਿਕ ਹਥਿਆਰ ਰੱਖਣੇ ਚਾਹੀਦੇ ਆ, ਉਹਨਾਂ ਦਾ ਲਾਇਸੈਂਸ ਬਣਵਾਉਣਾ ਚਾਹੀਦਾ। ਤੇ ਨਾਲ ਜਥੇਦਾਰ ਨੇ ਇਹ ਨਹੀਂ ਕਿਹਾ ਕਿ ਅਕਾਲ ਤਖਤ ਔਰ ਸ਼੍ਰੋਮਣੀ ਕਮੇਟੀ ਤੁਹਾਨੂੰ ਹਥਿਆਰਾਂ ਦੇ ਲਾਇਸੈਂਸ ਬਣਾਉਣ 'ਚ ਹੈਲਪ ਕਰੇਗੀ। ਲਾਇਸੈਂਸ ਬਣਨੇ ਆਸਾਨ ਨਹੀਂ ਹੈ। ਫਿਰ ਇਹਨਾਂ ਨੇ ਹਾਰਮੋਨੀਅਮ ਨੂੰ ਕਹਿਤਾ ਇਹ ਵਿਦੇਸ਼ੀ ਹੈਗਾ, ਇਹਨਾਂ ਨੂੰ ਹਟਾਓ। ਤੇ ਮੈਨੂੰ ਇੱਕ ਗੱਲ ਦੱਸੋ, ਇਹ ਜਿਹੜੀ ਬਿਜਲੀ ਆ ਰਹੀ ਆ, ਇਹ ਬਿਜਲੀ ਵੀ ਤਾਂ ਅੰਗਰੇਜ਼ਾਂ ਨੇ ਬਣਾਈ ਸੀ ਨਾ। ਫਿਰ ਜਿਹੜੀ ਕਾਰਾਂ ਲੈ ਕੇ ਘੁੰਮਦੇ ਹੋ, ਜਿਹਨਾਂ ਬੜੀ ਬੜੀ ਕਾਰਾਂ 'ਚ ਘੁੰਮਦੇ ਹੋ, ਇਹ ਵੀ ਤਾਂ ਵਿਦੇਸ਼ੀਆਂ ਦੀ ਬਣੀ ਹੋਈ ਆ ਨਾ। ਇਜਾਜ਼ਤ ਤੇ ਉਹਨਾਂ ਨੇ ਕੀਤੀ ਆ ਨਾ। ਇਸ ਵਾਸਤੇ ਇਹ ਬੋਲ ਤੁਹਾਡੇ ਨਹੀਂ ਆ, ਇਹ ਤੁਹਾਨੂੰ ਕੋਈ ਲਿਖ ਕੇ ਦਿੰਦਾ ਹੈ, ਤੁਸੀਂ ਆ ਕੇ ਇੱਥੇ ਬੋਲ ਦਿੰਦੇ ਹੋ। ਹੁਣ ਇੱਕ ਨਵੀਂ ਗੱਲ ਕੀਤੀ ਸੀ ਕਿ ਹਥਿਆਰਾਂ ਦੀ ਸਿਖਲਾਈ। ਹੁਣ ਇਹ ਦੇਖੋ ਕੀ ਕਹਿੰਦੇ ਪਏ ਆ। ਜਿਹੜੇ ਦੂਸਰੇ ਲੋਕ ਹੈ ਉਹ ਲੁਕ ਛਿਪ ਕੇ ਜਿਹੜੇ ਹੈ ਆਪਣੇ ਲੋਕਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇ ਰਹੇ ਹੈ, ਸ਼ਸਤਰਾਂ ਦੀ ਟ੍ਰੇਨਿੰਗ ਦੇ ਰਹੇ ਹੈ। ਅਸੀਂ ਲੁਕ ਛਿਪ ਕੇ ਨਹੀਂ ਦੇਾਂਗੇ, ਅਸੀਂ ਸ਼ਰੇਆਮ ਦੇਾਂਗੇ, ਖੁੱਲ੍ਹੇਆਮ ਦੇਾਂਗੇ। ਕਹਿੰਦੇ ਉਹ ਦੂਜੇ ਲੋਕ ਲੁਕ ਛੁਪ ਕੇ ਕਰਦੇ ਆ। ਭਾਈ ਸਾਹਿਬ ਜੀ, ਗਿਆਨੀ ਜੀ, ਜਿਨ੍ਹਾਂ ਨੇ ਤੁਹਾਨੂੰ ਇਹ ਸਕ੍ਰਿਪਟ ਲਿਖ ਕੇ ਦਿੱਤੀ ਹੈ ਨਾ, ਲੱਗਦਾ ਉਹਨਾਂ ਨੂੰ ਪਤਾ ਨਹੀਂ ਹੈ। RSS ਵਾਲੇ, ਹਿੰਦੂ ਮਹਾਸਭਾ ਵਾਲੇ ਔਰ ਬਜਰੰਗ ਦਲ ਜਿੰਨੇ ਵੀ ਆ, ਉਹ ਸ਼ਰੇਆਮ ਸਿਖਲਾਈ ਦਿੰਦੇ ਆਪਣੇ ਬੰਦਿਆਂ ਨੂੰ, ਕਿਰਪਾਨਾਂ ਦੀ, ਲਾਠੀਆਂ ਦੀ, ਬੰਦੂਕਾਂ ਦੀ। ਤੁਸੀਂ ਕਿੱਦਾਂ ਕਹਿਤਾ ਛੁਪ ਕੇ ਦਿੰਦੇ ਆ? ਉਹ ਤਾਂ ਸ਼ਰੇਆਮ ਦਿੰਦੇ ਹੈਗੇ ਆ। ਫਿਰ ਤੁਸੀਂ ਕੀ ਕਿਹਾ ਅੱਗੇ? ਹੋਰ ਸੁਣੋ। ਅਸੀਂ ਪੜ੍ਹਦੇ ਹਾਂ ਕਿ ਰਾਜ ਕਰੇਗਾ ਖਾਲਸਾ। ਕੌਣ ਰਾਜ ਕਰੂਗਾ? ਖਾਲਸਾ ਰਾਜ ਕਰੂਗਾ। ਤੇ ਜੇ ਅਸੀਂ ਰਾਜ ਕਰਨਾ, ਰਾਜ ਲੈਣਾ ਤੇ ਸਾਨੂੰ ਖਾਲਸਾ ਬਣਨਾ ਪਏਗਾ। ਫਿਰ ਤੁਸੀਂ ਕਹਿੰਦੇ ਜੀ ਅਸੀਂ ਪੜ੍ਹਦੇ ਹਾਂ ਰਾਜ ਕਰੇਗਾ ਖਾਲਸਾ ਤੇ ਸਾਨੂੰ ਖਾਲਸਾ ਬਣਨਾ ਪਏਗਾ। ਤੇ ਹੁਣ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ, ਹੁਣ ਦੱਸੋ, ਹੁਣ ਤੁਸੀਂ ਕੀ ਹੋ? ਹੁਣ ਖਾਲਸਾ ਨਹੀਂ ਹੋ? ਅੰਮ੍ਰਿਤ ਛਕ ਕੇ ਖਾਲਸਾ ਨਹੀਂ ਬਣਿਆ? ਕੀ ਬਣੇ ਹੋ? ਇਹ ਖੁਲਾਸਾ ਕਰੋ, ਪੂਰਾ ਦੱਸੋ। ਹੁਣ ਬੋਲੋ ਭਾਈ ਸਾਹਿਬ ਜੀ, ਹੁਣ ਤੁਸੀਂ ਇਹਦਾ ਪੂਰਾ ਖੁਲਾਸਾ ਕਰਕੇ ਦੱਸੋ ਕਿ ਅੰਮ੍ਰਿਤ ਛਕਣ ਤੋਂ ਬਾਅਦ ਖਾਲਸਾ ਨਹੀਂ ਬਣੇ, ਹਾਂ ਜਦੋਂ ਬਣਨਾ ਹੈਗਾ। ਪਤਾ ਨਹੀਂ ਕਿਹੋ ਜਿਹੀਆਂ ਗੱਲਾਂ ਮਾਰੀ ਜਾਂਦੇ ਹੋ। ਔਰ ਇੱਥੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਬੋਲ ਤੁਹਾਡੇ ਨਹੀਂ ਹੈਗੇ। ਅੱਗੇ ਸੁਣੋ। ਈਸਾਈਅਤ ਦਾ ਪ੍ਰਚਾਰ ਜਿਹੜਾ ਹੈ ਬੜੇ ਜ਼ੋਰ ਸ਼ੋਰ ਦੇ ਨਾਲ ਚਲਾਇਆ ਜਾ ਰਿਹਾ ਹੈ। ਪੰਜਾਬ ਦੇ ਅੰਦਰ ਪਿੰਡ ਪਿੰਡ ਚਰਚਾਂ ਬਣ ਰਹੀਆਂ ਔਰ ਮਸੀਤਾਂ ਬਣ ਰਹੀਆਂ। ਇਹ ਸਾਡੇ ਵਾਸਤੇ ਚਿੰਤਾ ਵਾਲੀ ਗੱਲ ਹੈ। ਕਹਿ ਰਹੇ ਜੀ ਈਸਾਈਅਤ ਦਾ ਪ੍ਰਚਾਰ ਬੜੇ ਜ਼ੋਰ ਸ਼ੋਰ ਨਾਲ ਚਲਾਇਆ ਜਾ ਰਿਹਾ ਹੈ। ਭਾਈ ਸਾਹਿਬ ਜੀ ਮਾਫ਼ ਕਰਨਾ, ਸਾਧ ਸੰਗਤ ਤੁਸੀਂ ਵੀ ਮਾਫ਼ ਕਰਿਓ। ਤੁਸੀਂ ਖਰਬਾ ਰੁਪਏ ਦੇ ਗੁਰਦੁਆਰੇ ਤੇ ਫੂਕੇ ਹੋਏ ਆ। ਕੋਈ ਸਕੂਲ ਬਣਾਇਆ, ਕੋਈ ਹਸਪਤਾਲ ਬਣਾਇਆ? ਅਗਰ ਗੁਰੂ ਰਾਮਦਾਸ ਜੀ ਦੇ ਨਾਮ ਦਾ ਹਸਪਤਾਲ ਵੀ ਹੈਗਾ, ਉੱਥੇ ਵੀ ਗੁੰਡਾਗਰਦੀ ਹੁੰਦੀ ਆ, ਲੁੱਟਮਾਰ ਹੁੰਦੀ ਆ। ਜਿਹੜੇ ਈਸਾਈ ਲੋਕ ਹੈਗੇ, ਜਿਹੜੇ ਬਿਮਾਰਾਂ ਨੂੰ ਦਵਾਈ ਦਵਾਉਂਦੇ ਆ, ਉਹਨਾਂ ਨੂੰ ਖਾਣ ਨੂੰ ਦਿੰਦੇ ਆ,
ਉਹਨਾਂ ਦੇ ਘਰ ਰਾਸ਼ਨ ਪਹੁੰਚਾਉਂਦੇ ਆ। ਤੁਸੀਂ ਕਦੀ ਕੀਤਾ? ਪਰ ਜਿਹੜੀ ਸਾਡੀ ਸਿੱਖ ਸੰਗਤ ਹੈਗੀ ਆ ਨਾ, ਉਹ ਇੱਕੋ ਹੀ ਗੱਲ ਜਾਣਦੇ ਕਿ ਅਸੀਂ ਗੁਰੂ ਨੂੰ ਦਿੱਤਾ। ਹਾਲਾਂਕਿ ਗੁਰੂ ਕੋਲ ਨਹੀਂ ਜਾਂਦਾ ਇਹ ਸਮਾਨ ਜਿਹੜੇ ਪ੍ਰਬੰਧਕ ਹੈ ਨਾ ਜੇਬਾਂ ਦੇ ਵਿੱਚ ਜਾਂਦਾ ਹੈਗਾ। ਇਸ ਲਈ ਈਸਾਈਅਤ ਫੈਲਦੀ ਪਈ ਆ। ਤੁਸੀਂ ਇਹ ਪਹਿਲਾਂ ਕੰਮ ਕਰ ਲੈਂਦੇ ਨਾ ਆਪਣਾ। ਗੁਰੂ ਸਾਹਿਬ ਨੇ ਕਿਹਾ ਸੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਤੁਸੀਂ ਅਪਣਾਇਆ? ਗੁਰੂ ਦੇ ਸਿਧਾਂਤ ਤੇ ਚੱਲੇ? ਨਹੀਂ ਚੱਲੇ। ਤੇ ਦੂਜੇ ਨੂੰ ਦੋਸ਼ ਕਿਉਂ ਦੇ ਰਹੇ ਹੋ? ਦੋਸ਼ ਆਪਣਾ ਹੈਗਾ ਸਾਡਾ ਕਿ ਅਸੀਂ ਬਿਮਾਰਾਂ ਦੀ ਸਹਾਇਤਾ ਨਹੀਂ ਕਰਦੇ, ਭੁੱਖਿਆਂ ਨੂੰ ਰੋਟੀ ਨਹੀਂ ਦਿੰਦੇ, ਉਹ ਸੜਕਾਂ ਦੇ ਲੰਗਰ ਲਗਾ ਕੇ ਲੱਖਾਂ ਰੁਪਏ ਫੂਕ ਦਿੰਦੇ ਆ। ਜਿਸ ਵਕਤ ਭਾਰਤ 1947 ਦੇ ਵਿੱਚ ਭਾਰਤੀ ਲੋਕਾਂ ਦੇ ਕਹਿਣ ਮੁਤਾਬਕ ਆਜ਼ਾਦ ਹੋਇਆ, ਸਿੱਖਾਂ ਨੂੰ ਨੱਪਣ ਦੀ, ਸਿੱਖਾਂ ਨੂੰ ਕੁੱਟਣ ਦੀ ਪਾਲਿਸੀ ਜਿਹੜੀ ਹੈ ਉਸੇ ਵੇਲੇ ਤਿਆਰ ਹੋ ਗਈ ਸੀ ਔਰ ਤਿਆਰ ਕੀਤੀ ਸੀ ਜਵਾਹਰ ਲਾਲ ਨਹਿਰੂ ਨੇ ਕਿ ਇਸ ਹਿੰਦੁਸਤਾਨ ਦੇ ਅੰਦਰ, ਇਸ ਭਾਰਤ ਦੇ ਅੰਦਰ ਸਿੱਖਾਂ ਨੂੰ ਨੱਪਣਾ ਹੈ, ਸਿੱਖਾਂ ਨੂੰ ਕੁੱਟਣਾ ਹੈ, ਸਿੱਖਾਂ ਨੂੰ ਦੱਬਣਾ ਹੈ, ਆਰਥਿਕ ਤੌਰ ਤੇ ਕਮਜ਼ੋਰ ਕਰਨਾ ਹੈ, ਸਮਾਜਿਕ ਤੌਰ ਤੇ ਕਮਜ਼ੋਰ ਕਰਨਾ ਹੈ, ਧਾਰਮਿਕ ਤੌਰ ਤੇ ਕਮਜ਼ੋਰ ਕਰਨਾ ਹੈ ਔਰ ਰਾਜਨੀਤਿਕ ਤੌਰ ਤੇ ਵੀ ਕਮਜ਼ੋਰ ਕਰਨਾ ਹੈ। ਇਹ ਨੀਤੀਆਂ 1947 ਚ ਹੀ ਬਣ ਗਈਆਂ ਸੀ। ਫਿਰ ਕਹਿੰਦੇ ਜੀ 1947 ਦੇ ਵਿੱਚ ਜਦੋਂ ਭਾਰਤੀ ਲੋਕਾਂ ਦੇ ਕਹਿਣ ਦੇ ਮੁਤਾਬਿਕ ਆਜ਼ਾਦ ਹੋਇਆ, ਉਦੋਂ ਹੀ ਨਹਿਰੂ ਨੇ ਸਿੱਖਾਂ ਨੂੰ ਮਾਰਨ, ਕੁੱਟਣ, ਦੱਬਣ ਵਗੈਰਾ ਵਗੈਰਾ ਦੀ ਵਿਉਂਤ ਬਣਾਈ। ਇਹੀ ਕਹਿਣਾ ਚਾਹੁੰਦੇ ਹੋ ਨਾ ਤੁਸੀਂ? ਪਰ ਜਿਸਨੇ ਤੁਹਾਨੂੰ ਇਹ ਸਕ੍ਰਿਪਟ ਲਿਖ ਕੇ ਦਿੱਤੀ ਆ, ਉਸ ਬੰਦੇ ਨੂੰ ਇਹ ਨਹੀਂ ਪਤਾ ਕਿ 47 ਦੇ ਵਿੱਚ ਨਹੀਂ, ਇਸ ਚੀਜ਼ ਦੀ ਬੁਨਿਆਦ ਉਸ ਦਿਨ ਪਈ ਸੀ ਜਦੋਂ ਬਾਬਾ ਖੜਕ ਸਿੰਘ ਜੀ ਨੇ ਰੈਲੀ ਬੁਲਾਈ। 5 ਲੱਖ ਤੋਂ ਜ਼ਿਆਦਾ ਲੋਕ ਆਏ। 2 ਦਿਨ ਬਾਅਦ ਕਾਂਗਰਸ ਦੀ ਰੈਲੀ ਸੀਗੀ, ਇਹਦੇ 'ਚ 2000 ਵੀ ਨਹੀਂ ਆਏ। ਇਹਨੇ ਉਸੇ ਦਿਨ ਤੋਂ ਸੋਚ ਲਿਆ ਸੀ ਕਿ ਅਗਰ ਮੈਨੂੰ ਇਸ ਦੇਸ਼ ਤੇ ਰਾਜ ਕਰਨਾ ਹੈ ਤੇ ਸਿੱਖ ਕੌਮ ਨੂੰ ਦਬਾਉਣਾ ਪਏਗਾ। ਇਹਦੀ ਸਾਰੀ ਰੂਪਰੇਖਾ ਉਦੋਂ ਤਿਆਰ ਹੋ ਗਈ ਸੀ ਔਰ 10 ਅਕਤੂਬਰ 1947 ਨੂੰ ਇਹ ਲਾਗੂ ਕੀਤੀ ਗਈ ਸੀ। ਭਾਈ ਸਾਹਿਬ ਜੀ, ਜਿਹੜਾ ਇਤਿਹਾਸ ਪੜ੍ਹ ਲਓ, ਕਿਤਾਬਾਂ ਪੜ੍ਹ ਲਓ ਔਰ ਤੁਸੀਂ ਆਪਣਾ ਥੋੜ੍ਹਾ ਦਿਮਾਗ ਦੇ ਲੌਜਿਕ ਨਾਲ ਵੀ ਸੋਚੋ ਇਹ ਕਿਸ ਤਰ੍ਹਾਂ ਹੋਇਆ ਸੀ। ਅੱਜ ਸਾਡੀ ਸਿੱਖ ਕੌਮ ਜਿਹੜੀ ਹੈ ਨਾ, ਉਹ ਸਿਰਫ ਗੁੰਮਰਾਹ ਹੋਈ ਆ। ਗੁੰਮਰਾਹ ਕਿਹਨੇ ਕੀਤਾ ਹੈ? ਇਹ ਸਾਡੇ ਸਟੇਜਾਂ ਤੇ ਆ ਕੇ ਕੋਈ ਭਾਸ਼ਣ ਦੇ ਰਿਹਾ ਵਾ, ਕੋਈ ਆਪਣੇ ਆਪ ਨੂੰ ਵਿਦਵਾਨ ਕਹਿ ਰਿਹਾ, ਕੋਈ ਪ੍ਰਚਾਰਕ ਕਹਿ ਰਿਹਾ, ਕੋਈ ਸ਼੍ਰੋਮਣੀ ਪ੍ਰਚਾਰਕ ਕਹਿ ਰਿਹਾ। ਭਾਈ ਸਾਹਿਬ ਜੀ, ਐਸਾ ਕੋਈ ਪ੍ਰਚਾਰਕ ਢੂੰਡੋ ਜੋ ਦੁਨੀਆ ਨੂੰ ਸਹੀ ਰਸਤਾ ਦਿਖਾਵੇ, ਤੁਹਾਨੂੰ ਵੀ, ਮੈਂਬਰਾਂ ਨੂੰ ਵੀ ਸਹੀ ਰਸਤਾ ਦਿਖਾਵੇ। ਗੁਰੂ ਸਾਹਿਬ ਨੇ 5 ਹਿਦਾਇਤਾਂ ਦਿੱਤੀਆਂ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਿਆ। ਤੁਸੀਂ ਇੱਕ ਜਗ੍ਹਾ ਇਹ ਵੀ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਪੈਦਾ ਕੀਤੀ ਹੋਈ ਇਹ ਖਾਲਸਾ ਹੈਗਾ। ਭਾਈ ਸਾਹਿਬ ਜੀ, ਤੁਸੀਂ ਕਿਹੜੇ ਦੁਨੀਆ 'ਚ ਜੀ ਰਹੇ ਹੋ? ਪੈਦਾ ਹੋਣਾ ਔਰ ਸਾਜਣਾ ਬਹੁਤ ਫਰਕ ਹੈਗਾ। ਹੁਣ ਤੁਹਾਨੂੰ ਗਿਆਨੀ ਕਹੀਦਾ, ਮਗਰ ਇਹ ਸਕ੍ਰਿਪਟ ਕਿਸੇ ਹੋਰ ਕੋਲ ਲਿਖਵਾ ਕੇ ਲਿਆਉਂਦੇ ਹੋ। ਇਸ ਤਰ੍ਹਾਂ ਨਹੀਂ ਚੱਲਣਾ। ਆਪਣੇ ਬੋਲ ਤੁਸੀਂ ਖੁਦ ਦੱਸੋ, ਤੁਹਾਡੇ ਵਿਚਾਰ ਕੀ ਆ ਉਹ ਦੱਸੋ। ਉਸ ਤੋਂ ਬਾਅਦ ਤੁਸੀਂ ਇਹ ਵੀ ਕਿਹਾ ਵਾ ਕਿ ਸਿੱਖ ਧਰਮ, ਇਹ ਤੁਹਾਡੀ ਸਪੀਚ ਦੇ ਵਿੱਚ ਹੈਗਾ। ਭਾਈ ਸਾਹਿਬ ਜੀ, ਗਿਆਨੀ ਜੀ, ਇਹ ਸਿੱਖ ਧਰਮ ਨਹੀਂ ਹੈ, ਸਿੱਖ ਪੰਥ ਹੈ। ਗੁਰੂ ਸਾਹਿਬ ਨੇ ਕਿਹਾ ਸੀ, आज्ञा पई अकाल की तबे चलायो पंथ। पंथ धर्म नहीं, सब सिखन को हुक्म है गुरु मान्यो ग्रंथ। की सिंह साहब जी, तुसी और तुहाडे जिहड़े आ सारी सिख संगत हैगी आ, ये गुरु ग्रंथ साहब नूं गुरु मनदे आ? अगर गुरु ग्रंथ साहब नूं गुरु मनदे आ ते फिर गोलक नूं क्यों मत्था टिकाउंदे हो? फिर शस्त्र नूं क्यों मत्था टिकाउंदे हो? ਇਹਦਾ ਜਵਾਬ ਦਿਓ। ਅਗਰ ਸਿੱਖ ਕੌਮ ਨੇ 1850 ਤੋਂ ਬਾਅਦ ਸਮਝ ਲਓ ਕਿ ਹਥਿਆਰ ਛੱਡ ਕੇ ਪੂਜਣਾ ਸ਼ੁਰੂ ਕਰਤਾ,
ਅਗਰ ਸ਼ਸਤਰਾਂ ਨੂੰ ਪੂਜਣ ਦੀ ਜਗ੍ਹਾ ਚਲਾਉਣਾ ਸਿੱਖਿਆ ਹੁੰਦਾ, ਗੁਰਦੁਆਰਿਆਂ ਦੇ ਵਿੱਚ ਅਲਮਾਰੀ 'ਚ ਰੱਖੇ ਹੁੰਦੇ, ਬੰਦਾ ਜਾਂਦਾ ਸ਼ਸਤਰ ਲੈਂਦਾ, ਹਾਲ ਦੇ ਵਿੱਚ ਜਾ ਕੇ ਪ੍ਰੈਕਟਿਸ ਕਰਦਾ, ਤੇ 1984 ਜਿੰਨਾ ਸਿੱਖਾਂ ਦਾ ਕਾਣ ਹੋਇਆ ਸੀ ਉਹ ਨਹੀਂ ਹੁੰਦਾ, ਉਸ ਤੋਂ ਡਬਲ ਉਹਨਾਂ ਦਾ ਹੁੰਦਾ ਜਿਨ੍ਹਾਂ ਨੇ ਕਾਣ ਕਰਨ ਆਏ ਸੀਗੇ। ਜਿਹੜਾ ਐਦਾਂ ਦੀ ਸਿੱਖਿਆ ਦਿਓ ਕਿ ਜਿਹੜਾ ਖਾਲਸਾ ਹੈ ਤਿਆਰ ਬਰ ਤਿਆਰ ਹੋਵੇ। ਬਾਕੀ ਹੁਣ ਤੁਹਾਡੀ ਮਰਜ਼ੀ ਆ, ਜੋ ਮਰਜ਼ੀ ਹੁਣ ਤੁਸੀਂ ਲੋਕਾਂ ਨੂੰ ਕਹੀ ਜਾਓ। ਇੱਕ ਗੱਲ ਹੋਰ ਦੱਸ ਦਵਾਂ, ਧਰਮ ਔਰ ਪੰਥ ਦੇ ਵਿੱਚ ਫਰਕ ਇਹ ਹੈਗਾ, ਜਿਹੜਾ ਧਰਮ ਹੈਗਾ ਉਹ ਬਿਜ਼ਨਸ ਆ। ਜਿਸ ਤਰ੍ਹਾਂ ਅੱਜ ਸਾਡੇ ਗੁਰਦੁਆਰੇ ਬਿਜ਼ਨਸ ਬਣ ਚੁੱਕੇ ਆ। ਇੱਕ ਗਲੀ ਦੇ ਵਿੱਚ 3-3 ਗੁਰਦੁਆਰੇ, ਪੰਜਾਬ ਦੇ ਵਿੱਚ ਇੱਕ ਪਿੰਡ ਦੇ ਵਿੱਚ 35 ਗੁਰਦੁਆਰੇ। ਇਹ ਬਿਜ਼ਨਸ ਨਹੀਂ ਤਾਂ ਹੋਰ ਕੀ ਆ। ਅੰਗ 1245 ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸ਼ਬਦ ਹੈਗਾ ਨਾ, ਉਹ ਅੱਜ ਪੂਰੇ ਦਾ ਪੂਰਾ ਸਾਡੇ ਗੁਰਦੁਆਰਾ ਸਿਸਟਮ ਦੇ ਉੱਤੇ ਬਿਲਕੁਲ ਮਾਫਿਕ ਬੰਦਾ ਹੈਗਾ। ਸਿੰਘ ਸਾਹਿਬ ਜੀ, ਕੁਛ ਐਸਾ ਕਰੋ ਕਿ ਸਾਡਾ ਜਿਹੜਾ ਸਿੱਖ ਪੰਥ ਹੈਗਾ ਨਾ ਉਹ ਇੱਕ ਮੁੱਠ ਬਣੇ। ਫਿਰ ਨਾ ਤੇ ਇਸ ਪੰਥ ਦੇ ਅੱਗੇ ਈਸਾਈਅਤ ਖੜੀ ਹੋ ਸਕਦੀ ਹੈ, ਨਾ ਮੁਸਲਮਾਨ ਖੜੇ ਹੋ ਸਕਦੇ ਆ, ਔਰ ਨਾ ਹੀ ਕੋਈ ਹੋਰ ਜਾਤ ਬਰਾਤ ਖਤਮ ਹੋ ਸਕਦੀ ਹੈ। ਔਰ ਗਿਆਨੀ ਜੀ, ਇੱਕ ਕੰਮ ਹੋਰ ਕਰੋ, ਜਾਤ ਪਾਤ ਖਤਮ ਕਰੋ। ਅੱਜ ਤੁਹਾਡੇ ਨਿਹੰਗ ਕਿੰਨੇ ਰੋਲੀ ਪਾ ਰਹੇ ਆ, ਅਸੀਂ ਰੰਗਰੇਟਾ ਹੈਗੇ ਆ, ਅਸੀਂ ਫਲਾਣੇ ਹੈਗੇ ਆ। ਅੰਮ੍ਰਿਤ ਛਕਣ ਤੋਂ ਬਾਅਦ ਸਾਡਾ ਰੰਗਰੇਟਾ ਹੋਇਆ ਜਾਂ ਕੋਈ ਵੀ ਹੋਇਆ, ਸਭ ਖਤਮ। ਸਿਰਫ ਉਹ ਖਾਲਸਾ ਹੀ ਬਣਦਾ ਹੈ। ਹੁਣ ਤੁਸੀਂ ਕਿਹੜੇ ਖਾਲਸਾ ਬਣਾਉਣ ਦੀ ਗੱਲ ਕਰ ਰਹੇ ਹੋ ਜਿਹੜਾ, ਦੱਸੋ। ਸਾਧ ਸੰਗਤ ਜੀ, ਸਾਵਧਾਨ ਹੋ ਜਾਓ, ਇੱਕ ਮੁੱਠ ਹੋ ਜਾਓ, ਜਾਤ ਪਾਤ ਦੇ ਉੱਪਰ ਉਠੋ, ਇੱਕ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ। ਗੁਰਦੁਆਰੇ ਵਾਲਿਆਂ ਨੂੰ ਰਿਕੁਐਸਟ ਕਰੋ, ਜ਼ਬਰਦਸਤੀ ਕਰੋ, ਗੋਲਕ ਇੱਕ ਪਾਸੇ ਰਖਵਾਓ। ਠੀਕ ਹੈ, ਗੋਲਕ ਦੀ ਲੋੜ ਹੈਗੀ ਆ, ਗੁਰਦੁਆਰਿਆਂ ਦਾ ਖਰਚਾ ਚਲਾਉਣਾ ਆ, ਗ੍ਰੰਥੀ ਸਿੰਘਾਂ ਨੂੰ ਵੀ ਪੈਸੇ ਦੇਣੇ ਆ, ਸੇਵਾਦਾਰਾਂ ਨੂੰ ਵੀ ਦੇਣੇ ਆ, ਹੋਰ ਵੀ ਬੜੇ ਖਰਚੇ ਆ। ਗੋਲਕ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੱਗੋਂ ਹਟਾ ਕੇ ਇੱਕ ਪਾਸੇ ਰਖਵਾਓ। ਘੱਟ ਤੋਂ ਘੱਟ ਕੋਈ ਵੀ ਸਿੱਖ ਆਵੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੇ। ਵੈਸੇ ਤਾਂ ਅੱਜ ਕੱਲ੍ਹ ਬੜੀਆਂ ਲੋਕ ਦਲੀਲਾਂ ਦਿੰਦੇ, ਜਿਹਨਾਂ ਨੂੰ ਗੱਲ ਕਰੋ ਅਸੀਂ ਮਨ ਨਾਲ ਮੱਥਾ ਟੇਕ ਲੈਂਦੇ ਆ, ਇਹ ਸਾਰਾ ਕੁਝ ਵਾਹਿਗੁਰੂ ਦਾ ਹੀ ਹੈਗਾ ਆ। ਇਹ ਸਭ ਬੇਕਾਰ ਦੀਆਂ ਗੱਲਾਂ। ਯਾਦ ਰੱਖੋ, ਜੋ ਦਿਖਤਾ ਹੈ ਵਹੀ ਬਿਕਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।